ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਅੱਜ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦੇ ਦਿਨ ਦੀ ਕੀ ਇਤਿਹਾਸਿਕ ਅਹਿਮੀਅਤ ਹੈ। 22 ਮਈ ਦਾ ਦਿਨ ਸਿੱਖ ਹਿਸਟਰੀ ਦੇ ਹਵਾਲੇ ਨਾਲ ਦੋ ਅਹਿਮ ਘਟਨਾਵਾਂ ਇਤਿਹਾਸਕ ਬੀਤੀਆਂ ਸਦੀਆਂ ਦੇ ਵਿੱਚ ਹੋਈਆਂ ਨੇ। ਰਾਦਰ 20ਵੀਂ ਸਦੀ ਦੀਆਂ ਨੇ ਦੋਨੋਂ ਜੀ। 1960 ਦੇ ਵਿੱਚ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ ਪੰਜਾਬੀ ਸੂਬਾ ਕਨਵੈਨਸ਼ਨ ਹੋਈ ਜੀ, ਕਿਉਂਕਿ ਜਦੋਂ ਕਾਂਗਰਸ ਨੇ 1930 'ਚ ਪਾਸ ਕੀਤਾ ਸੀ ਕਿ ਜਦੋਂ ਭਾਰਤ ਆਜ਼ਾਦ ਹੋਏਗਾ ਜ਼ਬਾਨ ਦੇ ਆਧਾਰ ਦੇ ਉੱਤੇ ਸੂਬੇ ਬਣਾਏ ਜਾਣਗੇ ਜੀ। 1950 'ਚ ਇਸ ਬਾਰੇ ਇੱਕ ਪਹਿਲੀ ਐਜੀਟੇਸ਼ਨ ਤੇਲੰਗਾਨਾ ਦੇ ਵਿੱਚ ਜਿਹੜਾ ਆਂਧਰਾ ਦਾ ਹਿੱਸਾ ਹੈ ਔਰ ਅਜੇ ਵੀ ਤੇਲੰਗਾਨਾ ਲਹਿਰ ਚੱਲ ਰਹੀ ਹੈ, ਮਿਸਟਰ ਰੋਮੇਲ ਨੇ ਵਰਤ ਰੱਖਿਆ, ਉਹਦੀ ਡੈਥ ਹੋਈ। ਤਾਂ ਉਦੋਂ ਤੱਕ ਇਹ ਸੂਬੇ ਬਣਾਉਣ ਲਈ ਮੰਨਦੇ ਨਹੀਂ ਸਨ। ਫਿਰ ਉਹਨਾਂ ਨੇ ਕਮਿਸ਼ਨ ਬਣਾਇਆ, ਉਹਦੇ 'ਚੋਂ ਇਹ ਸਾਰੇ ਸੂਬੇ ਨਿਕਲੇ। ਜਿਵੇਂ ਬੰਬਈ ਸੀ, ਇਹਨੂੰ ਮਹਾਰਾਸ਼ਟਰ ਔਰ ਗੁਜਰਾਤ ਦੇ ਵਿੱਚ ਵੰਡਿਆ। ਮਹਾਰਾਸ਼ਟਰ ਦੀ ਜ਼ਬਾਨ ਮਰਾਠੀ ਬਣੀ, ਗੁਜਰਾਤ ਦੀ ਗੁਜਰਾਤੀ, ਸਾਊਥ ਦੇ ਵਿੱਚ ਵੀ ਤੇਲਗੂ 'ਤੇ ਆਧਾਰਿਤ ਆਂਧਰਾ, ਤਮਿਲ 'ਤੇ ਆਧਾਰਿਤ ਤਮਿਲਨਾਡ, ਮਲਿਆਲਮ 'ਤੇ ਆਧਾਰਿਤ ਕੇਰਲਾ, ਇਸ ਤਰ੍ਹਾਂ ਸੂਬੇ ਵੰਡੇ ਗਏ। ਜਦੋਂ ਪੰਜਾਬ 'ਚ ਸਿੱਖਾਂ ਨੇ ਮੰਗ ਕੀਤੀ ਕਿ ਪੰਜਾਬੀ ਜ਼ਬਾਨ ਦੇ ਆਧਾਰ 'ਤੇ ਸੂਬਾ ਬਣਾਇਆ ਜਾਏ ਤਾਂ ਉਹਨਾਂ ਨੇ ਕਿਹਾ ਜੀ ਇਹ ਤਾਂ ਗੰਵਾरों की भाषा है, ਇਹ ਤਾਂ ਲੈਂਗੁਏਜ ਆਫ ਦਾ ਇਲੀਟਰੇਟ। ਸੋ ਲੰਬੀ ਸਟਰਗਲ 1950 ਤੋਂ ਹੀ ਅਕਾਲੀ ਦਲ ਨੇ ਸ਼ੁਰੂ ਕੀਤੀ ਪੰਜਾਬੀ ਸੂਬੇ ਦੇ ਲਈ। ਔਰ ਇਹ ਜਿਹੜੀ ਕਨਵੈਨਸ਼ਨ ਸੀ 1960 ਦੀ, ਇਹਦੀ ਬੜੀ ਅਹਿਮੀਅਤ ਸੀ ਕਿਉਂਕਿ ਇਹਦੇ 'ਚ ਗੈਰ ਸਿੱਖ ਵੀ ਸ਼ਾਮਲ ਹੋਏ। ਅੰਮ੍ਰਿਤਸਰ ਦੇ ਵਿੱਚ ਬੜੇ ਮਸ਼ਹੂਰ ਡਾਕਟਰ ਜਿਨ੍ਹਾਂ ਦਾ 1919 ਦੇ ਜਲਿਆਂਵਾਲੇ ਬਾਗ ਦੇ ਵੇਲੇ ਵੀ ਉਹਨਾਂ ਦੀ ਗ੍ਰਿਫਤਾਰੀ ਹੀ ਇੱਕ ਕਾਰਨ ਸੀ ਕਿ ਲੋਕ ਪ੍ਰੋਟੈਸਟ ਕਰ ਰਹੇ ਸੀ। ਡਾਕਟਰ ਕਿਚਲੂ, ਸੈਫੂਦੀਨ ਕਿਚਲੂ, ਇਹ 47 ਤੋਂ ਬਾਅਦ ਅੰਮ੍ਰਿਤਸਰ ਹੀ ਰਹਿ ਗਏ ਸੀ। ਇਹ ਵੀ ਪੰਜਾਬੀ ਸੂਬੇ ਦੇ ਹੱਕ ਵਿੱਚ ਹੋਈ ਕਨਵੈਨਸ਼ਨ ਦੇ ਵਿੱਚ ਸ਼ਾਮਲ ਹੋਏ। ਜ਼ਹੀਰ ਕੁਰੈਸ਼ੀ ਇਹ ਵੀ ਸ਼ਾਮਲ ਹੋਏ। ਤੇ ਇੱਕ ਸੁਤੰਤਰ ਪਾਰਟੀ ਉਦੋਂ ਸੀ ਰਾਜਗੋਪਾਲਾਚਾਰੀਆ, ਜਿਹੜਾ ਪਹਿਲਾ ਗਵਰਨਰ ਜਨਰਲ ਸੀ ਹਿੰਦੁਸਤਾਨ ਦਾ, ਉਹਨੇ ਫਾਊਂਡ ਕੀਤੀ ਸੀ। ਉਹਦੇ ਬਹੁਤ ਸਾਰੇ ਲੀਡਰ ਔਰ ਸੋਸ਼ਲਿਸਟ ਲੀਡਰ ਵੀ। ਸਿਰਫ ਇਹ ਪੰਜਾਬੀ ਸ਼ਹਿਰੀ ਹਿੰਦੂ ਜਿਨ੍ਹਾਂ ਨੇ ਆਪਣੀ ਜ਼ਬਾਨ ਹਿੰਦੀ ਲਿਖਾਈ ਹੋਈ ਸੀ ਮਰਦਮਸ਼ੁਮਾਰੀ ਦੇ ਵਿੱਚ, ਇਹ ਪੁੱਜ ਕੇ ਵਿਰੋਧ ਕਰਦੇ ਸੀ। ਪਰ ਇਹਨਾਂ ਦੇ ਵਿੱਚ ਵੀ ਜਿਹੜੇ ਚੰਗੇ ਲੋਕ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਉਹ ਇਸ ਕਨਵੈਨਸ਼ਨ 'ਚ ਸ਼ਾਮਲ ਹੋਏ। 1964 ਦੇ ਵਿੱਚ ਪੌਂਟਾ ਸਾਹਿਬ ਦੀ ਟ੍ਰੈਜਡੀ ਹੋਈ। ਪੌਂਟਾ ਸਾਹਿਬ ਇਤਿਹਾਸਕ ਸਾਡਾ ਸ਼ਹਿਰ ਹੈ, ਵਸਾਇਆ ਹੀ 10ਵੇਂ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਜਦੋਂ ਅਨੰਦਪੁਰ ਸਾਹਿਬ ਤੋਂ ਉਹ ਰਿਆਸਤ ਨਾਣ ਦੇ ਰਾਜੇ ਦੇ ਸੱਦੇ ਦੇ ਉੱਤੇ ਆਏ ਤੇ ਜਮਨਾ ਦੇ ਕੰਢੇ ਉਹ ਗੁਰੂ ਸਾਹਿਬ ਨੇ, ਬੜਾ ਰਮਣੀਕ ਸੀ ਉਹ ਥਾਂ, ਔਰ ਉੱਥੇ ਹੀ ਉਹਨਾਂ ਨੇ ਆਪਣੇ ਪੈਰ ਟਿਕਾਏ। ਪੌਂਟਾ ਬਣਿਆ, ਇੱਥੋਂ ਪਾਉਂ ਟਿਕਾ, ਪੈਰ ਟਿਕੇ, ਔਰ ਉੱਥੇ ਲਗਭਗ ਗੁਰੂ ਸਾਹਿਬ 2.5 ਸਾਲ ਰਹੇ। ਔਰ ਪੌਂਟਾ ਸਾਹਿਬ ਦੇ ਮੁਕਾਮ 'ਤੇ ਹੀ ਸੀ ਗੁਰੂ ਸਾਹਿਬ ਜਦੋਂ ਪਹਾੜੀ ਰਾਜਿਆਂ ਦੇ ਨਾਲ, 22 ਧਾਰ ਦੇ ਪਹਾੜੀ ਰਾਜਿਆਂ ਦੀ ਫੋਰਸ ਦੇ ਨਾਲ ਭੰਗਾਣੀ ਦਾ ਪਹਿਲਾ ਯੁੱਧ ਹੋਇਆ। ਉਦੋਂ 10ਵੇਂ ਪਾਤਸ਼ਾਹ 21 ਸਾਲ ਦੀ ਉਮਰ 'ਚ ਸਨ। ਔਰ ਉਸ ਵੇਲੇ ਪੀਰ ਬੁੱਧੂ ਸ਼ਾਹ ਸਢੌਰੇ ਦੇ ਜਿਹੜੇ ਇੱਕ ਪੀਰ ਸਨ ਸੈਯਦ, ਉਹਨਾਂ ਨੇ, ਉਹਨਾਂ ਦੇ ਬੇਟੇ, ਉਹਨਾਂ ਦੇ ਮੁਰੀਦ, ਉਹ ਗੁਰੂ ਸਾਹਿਬ ਵੱਲੋਂ ਲੜੇ ਪਹਾੜੀ ਰਾਜਿਆਂ ਦੇ ਖਿਲਾਫ। ਸੋ ਜਿਹੜੀ ਪਹਿਲੀ ਲੜਾਈ 10ਵੇਂ ਪਾਤਸ਼ਾਹ ਦੇ ਜੀਵਨ ਦੀ ਹੈ, ਉਹਦੇ 'ਚ ਸਿੱਖਾਂ ਔਰ ਮੁਸਲਮਾਨਾਂ ਦਾ ਖੂਨ ਇਕੱਠਾ ਡੁੱਲਦਾ ਹੈ ਪਹਾੜੀ ਰਾਜਿਆਂ ਦੇ ਖਿਲਾਫ, ਹਿੰਦੂ ਪਹਾੜੀ ਰਾਜਿਆਂ ਦੇ ਖਿਲਾਫ। ਸੋ ਇਹ ਇਤਿਹਾਸਕ ਅਹਿਮੀਅਤ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਬਹੁਤ ਵਾਰ ਹਾਈਲਾਈਟ ਨਹੀਂ ਕੀਤਾ ਜਾਂਦਾ। ਸੋ ਲੇਕਿਨ 1964 ਤੱਕ ਪਹੁੰਚਦੇ ਆ, ਇਸ ਪੌਂਟਾ ਸਾਹਿਬ ਦੇ ਗੁਰਦੁਆਰੇ ਦਾ ਕਬਜ਼ਾ ਮਹੰਤਾਂ ਦੇ ਕੋਲ ਸੀ। ਨਨਕਾਣਾ ਸਾਹਿਬ ਜਾਂ ਦੂਸਰੇ ਮਹੰਤਾਂ ਤੋਂ ਦਾ ਛੁਟਕਾਰਾ ਹੋਇਆ, ਇਹ ਉੱਥੇ ਕਾਬਜ਼ ਸੀ। ਤੇ 13 ਨਿਹੰਗ ਸਿੰਘ ਜਿਹੜੇ ਕਿ ਤਰਨਾ ਦਲ ਹਰੀਆਂ ਵੇਲਾਂ ਇੱਕ ਡਿਸਟ੍ਰਿਕਟ ਹੁਸ਼ਿਆਰਪੁਰ 'ਚ ਮੁਕਾਮ ਹੈ, ਉਹਦੇ ਨਾਲ ਸੰਬੰਧਿਤ ਸਨ। ਉਹ ਉੱਥੇ ਅਖੰਡ ਪਾਠ ਸਾਹਿਬ ਕਰਨਾ ਚਾਹੁੰਦੇ ਸਨ, ਪਰ ਮਹੰਤ ਜਿਹੜਾ ਉਹਨੂੰ ਲੱਗਿਆ ਕਿ ਬਈ ਇਹ ਨਿਹੰਗ ਆ ਗਏ ਨੇ ਕਬਜ਼ਾ ਕਰਨ। ਉਹਨੇ ਲੋਕਲ ਪੁਲਿਸ ਦੀ ਮਦਦ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਆ ਕੇ ਘੇਰ ਲਿਆ, ਗੋਲੀਆਂ ਚਲਾ ਕੇ ਜਿਹੜੇ 13 ਸਿੰਘ ਸੀ ਉਹ ਸ਼ਹੀਦ ਕੀਤੇ। ਪਰ ਜਿਉਂ ਹੀ ਇਸ ਸ਼ਹੀਦੀ ਦੀ ਖਬਰ ਬਾਹਰ ਗਈ, ਲੱਖਾਂ ਦੀ ਗਿਣਤੀ 'ਚ ਸਿੱਖ ਅਗਲੇ ਦਿਨਾਂ 'ਚ ਉੱਥੇ ਪਹੁੰਚ ਗਏ। ਮਹੰਤ ਨੇ ਤਾਂ ਉੱਥੇ ਕੀ ਲੱਭਣਾ ਸੀ। ਪੌਂਟਾ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਵੀ ਪੰਥ ਦੇ ਕੰਟਰੋਲ 'ਚ ਆਇਆ। ਸੋ ਇਹ ਪੌਂਟਾ ਸਾਹਿਬ ਦਾ ਸਾਕਾ ਜਿਹੜਾ ਹੈ ਇਹ 22 ਮਈ 1964 ਨੂੰ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1370 ਦੇ ਵਿੱਚ ਯਹੂਦੀਆਂ ਨੂੰ ਬਰਸਲਸ ਬੈਲਜੀਅਮ 'ਚੋਂ ਬਾਹਰ ਕੱਢਿਆ ਗਿਆ। 1863 'ਚ, ਅੱਜ ਹੁਣ ਅਸੀਂ ਅਮਰੀਕਾ 'ਚ ਰਹਿੰਦੇ ਹਾਂ, ਪ੍ਰੈਜ਼ੀਡੈਂਟ ਓਬਾਮਾ ਵਾਈਟ ਹਾਊਸ 'ਚ ਬੈਠੇ ਨੇ, ਪਰ ਕਿਵੇਂ ਇਸ ਮੁਲਕ ਦੇ ਵਿੱਚ ਸਲੇਵਰੀ ਸੀ, ਕੀ ਹਸ਼ਰ ਕਾਲਿਆਂ ਨਾਲ ਹੁੰਦਾ ਰਿਹਾ। 1863 ਜਦੋਂ ਅਮਰੀਕਾ 'ਚ ਸਿਵਲ ਵਾਰ ਚੱਲ ਰਹੀ ਸੀ, ਉਦੋਂ ਵੀ ਕਾਲਿਆਂ ਦੀ ਕੋਈ ਵੁਕਤ ਨਹੀਂ ਸੀ, ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ। ਐਜ਼ ਏ ਸ਼ੋਲਜਰ ਵੀ ਨਹੀਂ ਸੀ ਉਹਨਾਂ ਨੂੰ ਰੱਖ ਕੇ ਰਾਜੀ, ਦੋਨੋਂ ਪਾਸਿਆਂ ਵਾਲੇ। ਹਾਲਾਂਕਿ ਸਲੇਵਰੀ ਦੇ ਖਿਲਾਫ ਉਹ ਸਿਵਲ ਵਾਰ ਸੀ। ਪਰ ਪਹਿਲੀ ਵਾਰੀ ਬਿਊਰੋ ਆਫ ਕਲਰਡ ਟਰੂਪਸ ਐਸਟੈਬਲਿਸ਼ ਹੋਇਆ 1863 'ਚ,
ਜਿਹੜਾ ਕਿ ਨਾਰਥ ਵੱਲੋਂ ਸੀ ਕਿ ਜੀ ਉਹਨਾਂ ਨੂੰ ਬਰਾਬਰ ਦੇ ਸ਼ੋਲਡਰ ਨਹੀਂ ਸੀ ਮੰਨਿਆ ਜਾਂਦਾ, ਤਨਖਾਹ ਵੀ ਉਹਨਾਂ ਦੀ ਬਹੁਤ ਘੱਟ ਸੀ, ਲੇਕਿਨ ਇਹਦੇ ਨਾਲ ਉਹਨਾਂ ਦੀ ਸ਼ੁਰੂਆਤ ਹੋਈ ਫੌਜ ਵੱਲ ਆਉਣ ਦੀ। ਸੋ ਇਹ ਬਿਊਰੋ ਆਫ ਕਲਰ ਟਰੂਪਸ 1863 'ਚ ਬਣਿਆ। 1906 'ਚ ਹੁਣ ਅੱਜ ਹਜ਼ਾਰਾਂ ਫਲਾਈਟਸ ਡੇਲੀ ਅਮਰੀਕਾ 'ਚ ਉੱਡਦੀਆਂ ਨੇ, ਦੁਨੀਆ ਭਰ 'ਚੋਂ ਅਸੀਂ ਆਉਂਦੇ ਹਾਂ, ਸਿਰਫ ਬੁੱਕ ਕਰਾਈ ਹੁੰਦੀ ਹੈ, ਪਹੁੰਚ ਜਾਂਦੇ। ਪਰ ਸਾਨੂੰ ਇਹ ਭੁੱਲ ਜਾਂਦਾ ਸ਼ਾਇਦ ਕਿ 1906 ਦੇ ਵਿੱਚ ਕੈਰੋਲਾਈਨਾ ਦੇ ਹੀ ਰਾਈਟ ਬ੍ਰਦਰ ਸੀ, ਦੋ ਭਰਾ ਸੀ ਜਿਨ੍ਹਾਂ ਨੇ ਡ੍ਰੀਮ ਕੀਤਾ ਵੀ ਕਿਵੇਂ ਉੱਡਣਾ। ਸੋ ਪਹਿਲੇ ਜਹਾਜ਼ ਦਾ ਪੇਟੈਂਟ ਜਿਹੜਾ ਉਹਨਾਂ ਨੇ 1906 ਦੇ ਵਿੱਚ ਰਾਈਟ ਬ੍ਰਦਰਸ ਨੇ ਲਿਆ। 1939 ਦੇ ਵਿੱਚ ਹਿਟਲਰ ਤੇ ਮੁਸੋਲਿਨੀ, ਹਿਟਲਰ ਜਰਮਨ ਦਾ, ਮੁਸੋਲਿਨੀ ਜਿਹੜਾ ਉਹ ਇਟਲੀ ਦਾ, ਉਹਨਾਂ ਨੇ ਆਪਸ ਦੇ ਵਿੱਚ ਪੈਕਟ ਕੀਤਾ ਜਿਹਦਾ ਨਾਮ ਉਹਨਾਂ ਨੇ ਸਟੀਲ ਪੈਕਟ ਰੱਖਿਆ। ਔਰ 1957 ਦੇ ਵਿੱਚ ਜਦੋਂ ਅਸੀਂ ਜ਼ਾਤ ਪਾਤ ਦੀ ਜਾਂ ਰੇਸਿਜ਼ਮ ਦੀ ਗੱਲ ਕਰਦੇ ਹਾਂ, ਹੁਣ 1957 ਇਹਦਾ ਸੈਕੰਡ ਵਰਲਡ ਵਾਰ ਤੋਂ ਬਾਅਦ ਨਵਾਂ ਸੰਸਾਰ ਸ਼ੁਰੂਆਤ ਹੋਣ ਦੀ ਗੱਲ ਕਹੀ ਗਈ ਸੀ, ਪਰ ਸਾਊਥ ਅਫਰੀਕਾ ਨੇ ਕਾਨੂੰਨ ਬਣਾ ਕੇ ਪਾਸ ਕੀਤਾ ਕਿ ਯੂਨੀਵਰਸਿਟੀਜ਼ ਦੇ ਵਿੱਚ ਜਿਹੜੀ ਰੇਸ਼ੀਅਲ ਸੈਪਰੇਸ਼ਨ ਹੈ, ਨਸਲ ਜਾਂ ਰੰਗ ਤੇ ਆਧਾਰਿਤ ਲੋਕ ਅੱਡ-ਅੱਡ ਰਹਿਣਗੇ। ਸੋ ਇਹ 1957 ਦੇ ਵਿੱਚ ਜਿਹਨੂੰ ਅਪਾਰਥਾਈਡ ਕਿਹਾ ਜਾਂਦਾ, ਇਹ 1950 'ਚ ਮਜ਼ਬੂਤ ਹੁੰਦਾ ਚਲਾ ਗਿਆ। ਭਾਵੇਂ ਬਾਅਦ 'ਚ ਨੈਲਸਨ ਮੰਡੇਲਾ 27 ਸਾਲ ਜੇਲ੍ਹ 'ਚ ਰਿਹਾ, ਬਾਹਰ ਆਇਆ, ਅੱਜ ਉਹ ਨਹੀਂ ਹੈ ਉੱਥੇ ਜਿਹੜਾ ਅਪਾਰਥਾਈਡ ਹੈ, ਪਰ ਇਹ ਕਾਫੀ ਹਾਰਡਸ਼ਿਪਸ ਦੇ ਚੋਂ ਜਿਹੜੇ ਨੇ ਉੱਥੋਂ ਦੇ ਕਾਲੇ ਲੰਘੇ ਨੇ। ਔਰ 1973 ਦੇ ਵਿੱਚ ਪ੍ਰੈਜ਼ੀਡੈਂਟ ਨਿਕਸਨ ਜਿਹੜਾ ਅਦਰਵਾਈਜ਼ ਬੜਾ ਬ੍ਰਿਲੀਅੰਟ ਸੀ, ਜੇ ਅਮਰੀਕਾ ਦੇ ਪਿਛਲੀ ਸਦੀ ਦੇ ਬ੍ਰਿਲੀਅੰਟ ਪ੍ਰੈਜ਼ੀਡੈਂਟਸ ਦੇਖਣੇ ਹੋਣ 3-4, ਉਹਨਾਂ 'ਚੋਂ ਨਿਕਸਨ ਵਾਸ ਵਨ ਆਫ ਦੈਮ, ਪਰ ਵਾਟਰਗੇਟ ਸਕੈਂਡਲ 'ਚ ਫਸ ਗਿਆ, ਟੇਪਾਂ ਟੂਪਾਂ ਲਾ ਕੇ ਉਹਨਾਂ ਦੀ ਡੈਮੋਕ੍ਰੈਟਿਕ ਜਿਹੜੀ ਹੈ ਉਸ ਬਿਲਡਿੰਗ 'ਚੋਂ ਜਸੂਸੀ ਕਰਦਾ ਸੀ। ਜਦੋਂ ਐਕਸਪੋਜ਼ ਹੋਇਆ ਉਹਨੇ ਕਵਰ ਅਪ ਕਰਨ ਦਾ ਯਤਨ ਕੀਤਾ। ਸੋ ਪਹਿਲੀ ਵਾਰ ਸੀ ਕਿ 22 ਮਈ ਨੂੰ 1973 ਦੇ ਵਿੱਚ ਨਿਕਸਨ ਨੇ ਇਹ ਕਨਫੈਸ ਕੀਤਾ, ਇਹ ਮੰਨਿਆ ਕਿ ਮੈਂ ਇਸ ਸਕੈਂਡਲ ਦਾ ਨੂੰ ਕਵਰ ਅਪ ਕਰਨ ਦੇ ਲਈ ਰੋਲ ਅਦਾ ਕੀਤਾ। ਨਿਕਸਨ ਨੂੰ ਰਿਜ਼ਾਈਨ ਕਰਨਾ ਪਿਆ ਔਰ ਇੱਕ ਬ੍ਰਿਲੀਅੰਟ ਆਦਮੀ, ਉਸ ਦੇ ਪੋਲੀਟੀਕਲ ਕਰੀਅਰ ਦਾ ਵੀ ਐਂਡ ਹੋਇਆ ਔਰ ਹਿਸਟਰੀ ਦੇ ਵਿੱਚ ਵੀ ਉਹ ਡਿਸਗ੍ਰੇਸਡ ਪ੍ਰੈਜ਼ੀਡੈਂਟ ਦੇ ਤੌਰ ਤੇ ਗਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਦੱਸੀ। ਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਸ਼ੁਰੂ ਕਰਦੇ ਹਾਂ। ਸਾਡਾ ਪਹਿਲਾ ਸਵਾਲ ਹੈ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ਦੇ 9 ਸਾਲ ਪੂਰੇ ਕਰ ਲਏ ਹਨ। ਸਰਕਾਰ ਇਸ ਤੇ ਜਸ਼ਨ ਮਨਾ ਰਹੀ ਹੈ ਅਤੇ ਵਿਰੋਧੀ ਧਿਰ ਅਸਤੀਫਾ ਮੰਗ ਰਹੀ ਹੈ। ਕੀ ਹੈ ਪ੍ਰਧਾਨ ਮੰਤਰੀ ਦੀ ਵਿਰਾਸਤ? ਦੇਖੋ, ਮਨਮੋਹਨ ਸਿੰਘ ਨੂੰ ਮਿਸਟਰ ਕਲੀਨ ਕਰਕੇ ਲਿਆਏ ਜੀ। 2004 ਚ ਕਾਂਗਰਸ ਦੀਆਂ 145 ਸੀਟਾਂ ਸੀ ਜੀ। ਇੱਕ ਤਾਂ ਜ਼ਰੂਰ ਕ੍ਰੈਡਿਟ ਜਾਂਦਾ ਹੈ ਕਿ 2009 ਦੇ ਵਿੱਚ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਇਹ ਸੀਟਾਂ 206 ਹੋ ਗਈਆਂ। ਮਨਮੋਹਨ ਸਿੰਘ ਨੂੰ ਕ੍ਰੈਡਿਟ ਇਹ ਦਿੱਤਾ ਜਾਂਦਾ ਜੀ। ਪਰ ਇਹਨਾਂ ਹੁਣ ਜਦੋਂ ਅਸੀਂ 9 ਸਾਲ ਦੀ ਗੱਲ ਕਰਦੇ, ਮੋਸਟ ਕਰਪਟ ਗਵਰਨਮੈਂਟ ਪੋਸਟ 47 ਪੀਰੀਅਡ ਦੀ, ਕਿਹੜਾ ਸਕੈਂਡਲ ਹੈ, ਕਿਹੜਾ ਮਿਨਿਸਟਰ ਬਚਿਆ, ਕਿੱਥੇ $2 ਬਿਲੀਅਨ ਦੇ 2G ਸਪੈਕਟਰਮ, ਉਹ ਵੀ ਮਨਮੋਹਨ ਸਿੰਘ ਦੇ ਨੱਕ ਥੱਲੇ ਹੋਇਆ, ਉਹਨੂੰ ਇਨਫੋਰਮ ਵੀ ਕੀਤਾ ਗਿਆ। ਜਿਹੜਾ ਹੁਣ ਅੱਜ ਕੱਲ੍ਹ ਜਿਸ ਸਕੈਂਡਲ ਦਾ ਜ਼ਿਕਰ ਹੈ ਕੋਇਲੇ ਦਾ, ਇਹ ਦੋਨੋਂ ਹੀ ਸਾਲ ਜਿਹੜੇ ਨੇ, ਉਦੋਂ 2004 ਚ ਵੀ 2009 ਚ ਵੀ ਉਦੋਂ ਕੋਲ ਮਿਨਿਸਟਰੀ ਹੈ ਹੀ ਮਨਮੋਹਨ ਸਿੰਘ ਦੇ ਕੋਲ ਸੀ। ਰੇਲਵੇ ਦਾ ਸਕੈਂਡਲ ਸਾਹਮਣੇ ਆਇਆ, ਉਸ ਤੋਂ ਪਹਿਲਾਂ ਸੋਨੀਆ ਗਾਂਧੀ ਦਾ ਜਵਾਈ ਜਿਹੜਾ ਵਾਡਰਾ, ਉਹਦੇ ਸਕੈਂਡਲ ਸਾਹਮਣੇ ਆਏ ਨੇ ਲੈਂਡ ਡੀਲਸ ਦੇ ਵਿੱਚ। ਸੋ ਅਸੀਂ ਸਮਝਦੇ ਹਾਂ ਵੀ ਇੱਕ ਬੇਈਮਾਨਾਂ ਦੀ ਝੁੰਡ। ਤੁਸੀਂ ਕਹੋ ਜੀ ਬੜਾ ਇਮਾਨਦਾਰ ਹੈ, ਇਮਾਨਦਾਰ ਕਿੱਥੋਂ ਹੋਇਆ ਸੀ? ਅੱਗੇ ਵੀ ਕਿਹਾ ਸੀ, ਅਸਾਮ ਤੋਂ ਰਾਜ ਸਭਾ ਦੇ ਲਈ ਆਪਣੇ ਕਾਗਜ਼ ਭਰਦਾ ਕਿ ਮੇਰਾ ਘਰ ਅਸਾਮ ਹੈ, ਅਸਾਮ 'ਚ ਜੰਮਿਆ, ਉਹਦਾ ਪਿਓ ਜੰਮਿਆ ਉੱਥੇ, ਕਿਰਾਏ ਦਾ ਮਕਾਨ ਇੱਕ ਲਿਆ ਹੋਇਆ। ਬੇਈਮਾਨੀ ਤਾਂ ਉੱਥੋਂ ਹੀ ਸ਼ੁਰੂ ਹੁੰਦੀ ਹੈ। ਫਿਰ ਤੁਸੀਂ ਬੇਈਮਾਨਾਂ ਦੀ ਨਸਲ ਦੇ ਨਾਲ ਡੀਲ ਕਰ ਰਹੇ ਹੋ ਸਾਰੇ, ਤੁਸੀਂ ਪੈਸੇ ਲੈਂਦੇ ਹੋ ਨਹੀਂ ਲੈਂਦੇ, ਇਹ ਕੋਈ ਬਹੁਤੀ ਗੱਲ ਨਹੀਂ ਜਿਹੜੀ ਮੈਂ ਨਹੀਂ ਰੱਖਦੀ। ਤੁਸੀਂ ਮੈਂਟਲੀ ਕਰਪਟ ਹੋ। ਹੁਣ ਇੱਕ ਸਿੱਖ ਦੇ ਨਾਤੇ ਮਨਮੋਹਨ ਸਿੰਘ ਨੂੰ ਨਹੀਂ ਪਤਾ ਵੀ ਨਵੰਬਰ 84 ਦੀ ਨਸਲਕੁਸ਼ੀ ਕਿਹਨੇ ਕੀਤੀ ਹੈ? ਰਾਜੀਵ ਗਾਂਧੀ ਉਹਦੇ ਲਈ ਮੇਨ ਜ਼ਿੰਮੇਵਾਰ ਹੈ। ਹੁਣ ਇਹ ਫੰਕਸ਼ਨ ਹੋਇਆ, ਉਹ ਸੋਨੀਆ ਗਾਂਧੀ ਨੂੰ ਕਹਿ ਰਿਹਾ ਜੀ ਮੋਸਟ ਮੋਟੀਵੇਸ਼ਨਲ ਲੀਡਰ, ਕਿ ਉਹ ਇੱਕ ਵੇਟਰੈਸ ਉੱਥੋਂ ਰਾਜੀਵ ਗਾਂਧੀ ਲਿਆਇਆ, ਉਹ ਲਿਆ ਕੇ ਸਿਰ ਤੇ ਬਿਠਾ ਲਈ ਇਹਨਾਂ ਨੇ। ਮੋਟੀਵੇਸ਼ਨਲ ਕਿੱਥੋਂ ਹੋ ਗਈ? ਤੇ ਉਹ ਕਹਿ ਰਹੀ ਹੈ ਮੋਸਟ ਡਿਗਨੀਫਾਈਡ ਪਰਸਨ। ਤੁਸੀਂ ਚੋਰਾਂ ਦੀ ਮੰਡਲੀ 'ਚ ਚੁੱਪ ਕਰਕੇ ਬੈਠੇ ਹੋ, ਤੁਹਾਡੇ ਸਾਹਮਣੇ ਬੇਈਮਾਨੀਆਂ ਚੱਲ ਰਹੀਆਂ ਨੇ, ਤੁਹਾਡੀ ਕੌਮ ਦੀ ਨਸਲਕੁਸ਼ੀ ਹੋਈ ਹੈ, ਤੁਸੀਂ ਕਦੇ ਜਗਦੀਸ਼ ਟਾਈਟਲਰ ਨੂੰ ਮਿਨਿਸਟਰ ਬਣਾ ਰਹੇ ਹੋ, ਕਦੇ ਸੱਜਣ ਕੁਮਾਰ ਨੂੰ ਪ੍ਰੋਟੈਕਟ ਕਰ ਰਹੇ ਹੋ। ਇਮਾਨਦਾਰੀ ਕਿਹੜੇ ਪਾਸਿਓਂ ਹੈ? ਜੀ। ਸੋ ਮੈਂ ਸਮਝਦਾ ਵੀ ਇਹ 9 ਸਾਲ ਜਿਹੜੇ ਨੇ ਇਹ ਮੋਸਟ ਕਰਪਟ
ਔਰ ਸਿੱਖ ਨੁਕਤਾ ਨਿਗਾਹ ਤੋਂ ਜਿਹੜੇ ਲੋਕ ਸ਼ੁਰੂ 'ਚ ਹੋਪਫੁਲ ਵੀ ਸੀ ਕਿ ਜੀ ਚਲੋ ਇੱਕ ਸਿੱਖ ਹੈ ਆ ਗਿਆ ਕੋਈ ਸਿੱਖਾਂ ਦਾ ਕਰੇਗਾ, ਉਹਨਾਂ ਨੂੰ ਵੀ ਲੱਗਾ ਵੀ ਇਸ ਤੋਂ ਨਖੇਦ ਆਦਮੀ ਹੋਰ ਕੋਈ ਨਹੀਂ ਹੈ। ਇੰਨੇ ਮਸਲੇ ਨੇ ਸਾਰੇ ਜਿਹੜੇ ਇਹਨੇ ਉਹਦੇ ਤੇ ਬੈਠਾ ਫਾਈਲਾਂ ਦੇ ਉੱਤੇ, ਕੋਈ ਨਵੰਬਰ 84 ਹੋਏ ਜਾਂ ਪੰਜਾਬ ਦੀਆਂ ਪ੍ਰੋਬਲਮਸ ਹੋਣ, ਪੰਜਾਬ ਦਾ ਇਸ਼ੂ ਹੋਏ, ਕੋਈ ਵੀ ਹਾਈਲਾਈਟ ਨਹੀਂ ਕੀਤਾ। ਸੋਲੂਸ਼ਨ ਤਾਂ ਬਾਅਦ ਦੀ ਗੱਲ ਹੈ। ਜੀ ਡਾਕਟਰ ਸਾਹਿਬ, ਨਰਿੰਦਰ ਮੋਦੀ ਦੀ ਸੱਜੀ ਬਾਂਹ ਅਮਿਤ ਸ਼ਾਹ ਨੂੰ ਯੂਪੀ ਵਿੱਚ ਬੀਜੇਪੀ ਦਾ ਚੋਣ ਇੰਚਾਰਜ ਲਾਇਆ ਗਿਆ ਹੈ। ਕੀ ਨਰਿੰਦਰ ਮੋਦੀ ਨੂੰ ਬੀਜੇਪੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਣ ਦਾ ਰਸਤਾ ਸਾਫ਼ ਕਰ ਦਿੱਤਾ ਗਿਆ ਹੈ? ਡਾਕਟਰ ਸਾਹਿਬ, ਇੱਥੇ ਮੈਂ ਇੱਕ ਬ੍ਰੇਕ ਲੈਣੀ ਹੈ, ਫਿਰ ਅਸੀਂ ਇਸ ਦਾ ਆਨਸਰ ਲਵਾਂਗੇ। ਵੀਰਸ, ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।